हाँ जी, गुड मॉर्निंग एवरीवन। माय नेम इज़ दीपक गुप्ता एंड आई वेलकम यू ऑल ऑन द क्लासेस ऑफ करियर कोर्स पटियाला। सो उम्मीद करदा तुसीं सारे जाने ठीक ठाक होवोगे ते सीरीज़ फॉलो कर रहे होवोगे रीजनिंग दी। सो ਅੱਜ ਉਸ ਸੀਰੀਜ਼ ਦੇ ਵਿੱਚ ਆਪਾਂ ਨਵਾਂ ਟੌਪਿਕ ਸਟਾਰਟ ਕਰਨ ਲੱਗੇ ਆ। ਇਹ ਟੌਪਿਕ ਦਾ ਨਾਮ ਜਿਵੇਂ ਤੁਸੀਂ ਕੀ ਬੋਰਡ ਤੇ ਦੇਖ ਸਕਦੇ ਹੋ ਕੀ ਹੈ, ਪਜ਼ਲਸ। ਠੀਕ ਹੈ, ਤੇ ਆਪਾਂ ਬੇਸਿਕ ਤੋਂ ਲੈ ਕੇ ਮੀਡੀਅਮ ਲੈਵਲ ਤੇ ਹਾਈ ਲੈਵਲ ਸਾਰੀ ਪਜ਼ਲਸ ਦੇਖਾਂਗੇ। तो ਐਵੇਂ ਨਹੀਂ ਆਪਾਂ ਸਿਰਫ ਪੰਜਾਬ ਐਗਜ਼ਾਮਸ ਤੇ ਫੋਕਸ ਕਰ ਰਹੇ ਹਾਂ। ਬੈਂਕਿੰਗ, ਐਸਐਸਸੀ ਜਾਂ ਹੋਰ ਵੀ ਸਟੇਟ ਲੈਵਲ ਦੇ ਜਿਹੜੇ ਐਗਜ਼ਾਮਸ ਹੁੰਦੇ ਆ ਉਸ ਦੇ ਵਿੱਚ ਵੀ ਪਜ਼ਲਸ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਹੈ। ਠੀਕ ਹੈ, ਤਾਂ ਹੁਣ ਤੁਸੀਂ ਪਿਛਲੇ ਪੇਪਰਸ ਦੇ ਵਿੱਚ ਦੇਖਿਆ ਹੋਏਗਾ ਜੋ ਪਿਛਲੇ ਸਾਲ एग्जाम होए हैं उस की है PSSB भी काफ़ी पजल्स पान लग गया। बैंकिंग ਦਾ ਜੋ ਵੀ ਰੀਜ਼ਨਿੰਗ ਦਾ ਸੈਕਸ਼ਨ ਹੁੰਦਾ ਹੈ ਉਸ 'ਚ ਪ੍ਰੀ ਦੀ ਅਗਰ ਆਪਾਂ ਗੱਲ ਕਰੀਏ 35 ਕੁਐਸਚਨਸ ਹੁੰਦੇ, 35 ਦੇ ਵਿੱਚੋਂ 15 ਜਾਂ ਫਿਰ 20 ਕੁਐਸਚਨਸ ਪਜ਼ਲ ਦੇ ਹੀ ਹੁੰਦੇ ਨੇ। ਠੀਕ ਹੈ, ਸੋ ਮੇਨਸ ਦੀ ਗੱਲ ਕਰੀਏ, ਮੇਨਸ ਦੇ ਵਿੱਚ 90% ਕੁਐਸਚਨ ਜਿਹੜੇ ਹੁੰਦੇ ਆ ਉਹ ਪਜ਼ਲਸ ਹੀ ਹੁੰਦੇ ਅਗਰ ਆਪਾਂ ਬੈਂਕਿੰਗ ਦੀ ਗੱਲ ਕਰੀਏ। ਠੀਕ ਹੈ, तो एसएससी ਦੇ ਵਿੱਚ ਵੀ ਅੱਜ ਕੱਲ੍ਹ ਕਾफ़ੀ ਪਜ਼ਲਸ ਆਉਣ ਲੱਗ ਗਏ। ਠੀਕ ਹੈ, ਸੋ ਹੁਣ ਪਹਿਲੀ ਵਾਲੀ ਗੱਲ ਨਹੀਂ ਰਹੀ, ਪਜ਼ਲਸ ਤੇ ਬਿਨਾ ਪੇਪਰ ਤੁਹਾਡਾ ਕਰੈਕ ਨਹੀਂ ਹੋ ਸਕਦਾ ਅਗਰ ਆਪਾਂ ਸਪੈਸ਼ਲੀ ਰੀਜ਼ਨਿੰਗ ਪੋਰਸ਼ਨ ਦੀ ਗੱਲ ਕਰੀਏ। ਠੀਕ ਹੈ, ਸੋ ਹੁਣ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਆਪਣੇ ਕੋਲ ਪਜ਼ਲਸ ਹੁੰਦੀ ਕਿਹੜੀ ਤਰੀਕੇ ਦੀ ਹੈ। ਸਰਕਲ ਬੇਸਡ ਹੁੰਦੀ ਹੈ। ਠੀਕ ਹੈ, ਸੋ ਅੱਜ ਜੋ ਆਪਾਂ ਡਿਸਕਸ ਕਰਾਂਗੇ ਸਰਕਲ ਬੇਸਡ ਹੀ ਕਰਾਂਗੇ। ਉਸ ਤੋਂ ਬਾਅਦ ਸਕੁਆਇਰ ਤੇ ਰੈਕਟੈਂਗਲ ਬੇਸਡ ਹੁੰਦੀ ਹੈ, ਟ੍ਰਾਇੰਗਲ ਬੇਸਡ ਵੀ ਹੁੰਦੀ ਹੈ, ਲਾਈਨ ਬੇਸਡ ਹੁੰਦੀ ਹੈ ਤੇ ਲਾਸਟ ਕਿਹੜੀ ਹੁੰਦੀ ਹੈ, ਫਲੋਰ ਤੇ ਫਲੈਟ ਬੇਸਡ। ਠੀਕ ਹੈ, ਸੋ ਇਹ ਕੁਝ ਤਰ੍ਹਾਂ ਦੀਆਂ ਪਜ਼ਲਸ ਹੁੰਦੀਆਂ। ਹੁਣ ਇਹਨਾਂ ਦੇ ਅੰਦਰ ਵੀ ਕਾਫੀ ਵੈਰਾਈਟੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ। ਕਿਵੇਂ ਕਿਵੇਂ ਦੇਖੋ, ਇਹਨਾਂ ਦੇ ਅੰਦਰ ਕਿਹੜੀ ਕਿਹੜੀ ਪਜ਼ਲ ਹੋ ਸਕਦੀ ਹੈ। ਬਲੱਡ ਰਿਲੇਸ਼ਨ, डायरेक्शन ਦੀ ਪਜ਼ਲਸ ਹੁੰਦੀ ਹੈ, ਬਾਕਸ ਬੇਸਡ ਹੋ ਗਿਆ। ਠੀਕ ਹੈ, ਡੂਅਲ ਰੋ ਹੋ ਗਿਆ, 2 ਵੇਰੀਏਬਲ 3 ਵੇਰੀਏਬਲ। ਸੋ ਬੇਸਿਕਲੀ 2 ਵੇਰੀਏਬਲ ਅਗਰ ਆਪਾਂ ਗੱਲ ਕਰੀਏ ਕੋਈ ਵੀ ਪੰਜਾਬ ਦਾ ਇੰਸਪੈਕਟਰ ਲੈਵਲ ਦਾ ਐਗਜ਼ਾਮ ਹੋਏਗਾ। ਠੀਕ ਹੈ, ਉਸ ਦੇ ਵਿੱਚ ਤੁਹਾਨੂੰ 2 ਵੇਰੀਏਬਲ ਪੁੱਛਿਆ ਜਾ ਸਕਦਾ ਹੈ। ਕਲੀਅਰ। 3 ਵੇਰੀਏਬਲ ਬੇਸਿਕਲੀ ਤੁਹਾਨੂੰ ਸਿਰਫ ਔਰ ਸਿਰਫ ਬੈਂਕਿੰਗ ਦੇ ਵਿੱਚ ਆਏਗੀ ਤੇ ਬੈਂਕਿੰਗ ਦੇ ਵਿੱਚ ਵੀ ਕਿੱਥੇ ਆਏਗੀ, ਮੇਨਸ ਦੇ ਵਿੱਚ ਹੀ ਆਏਗੀ। ਠੀਕ ਹੈ, ਚਾਹੇ ਉਹ ਕਲਰਕ ਦਾ ਹੋਵੇ ਜਾਂ ਫਿਰ ਪੀਓ ਦਾ ਹੋਵੇ। ਕਲੀਅਰ ਹੋ ਗਿਆ। ਸੋ ਕੁਝ ਇਹ ਆਪਣਾ ਟਾਈਪਸ ਰਹਿੰਦੀਆਂ ਨੇ ਪਜ਼ਲ ਦੀਆਂ। ਅੱਜ ਆਪਾਂ ਜੋ ਡਿਸਕਸ ਕਰਾਂਗੇ ਸਰਕਲ ਬੇਸ ਕਰਾਂਗੇ। ਪਹਿਲਾਂ 2 ਪਜ਼ਲਸ ਆਪਣੀਆਂ ਬਿਲਕੁਲ ਬੇਸਿਕ ਲੈਵਲ ਦੀਆਂ ਹੋਣਗੀਆਂ। ਠੀਕ ਹੈ, ਅੱਜ ਦੇ ਲੈਕਚਰ ਦੇ ਵਿੱਚ ਆਪਾਂ 2-3 ਪਜ਼ਲਸ ਡਿਸਕਸ ਕਰਾਂਗੇ। ਪਹਿਲੇ ਵਾਲੀ ਹੈ ਜੋ ਬਿਲਕੁਲ ਬੇਸਿਕ ਲੈਵਲ ਦੀ ਹੋਏਗੀ, ਦੂਸਰੀ ਵਾਲੀ ਪਜ਼ਲ ਜੋ ਹੋਏਗੀ ਸਰਕਲ ਵਾਲੀ ਮੀਡੀਅਮ ਲੈਵਲ ਦੀ ਹੋਏਗੀ। ਠੀਕ ਹੈ, ਲਾਸਟ ਵਾਲੀ ਜਿਹੜੀ ਹੋਏਗੀ ਉਹ ਥੋੜੀ ਜੀ ਹਾਰਡ ਲੈਵਲ ਹੋਏਗਾ, ਜਿਸ ਦੇ ਵਿੱਚ ਆਪਾਂ ਸਰਕਲ ਦੇ ਵਿੱਚ ਕੀ ਦੇਖਾਂਗੇ, ਬਲੱਡ ਰਿਲੇਸ਼ਨ। ਠੀਕ ਹੈ, ਸੋ ਹੁਣ ਜਿਸ ਕਿਸੇ ਨੇ ਪਹਿਲਾਂ ਬਲੱਡ ਰਿਲੇਸ਼ਨ ਨਹੀਂ ਕੀਤਾ ਹੋਇਆ, ਠੀਕ ਹੈ, ਮੇਰੀ ਵੀਡੀਓਜ਼ ਦੇ ਵਿੱਚ, ਤਾਂ ਉਹ ਪਲੀਜ਼ ਪਹਿਲਾਂ ਬਲੱਡ ਰਿਲੇਸ਼ਨ ਦੇਖੋ ਤਾਂ ਕਿ ਤੁਹਾਨੂੰ ਅੱਜ ਵਾਲਾ ਲੈਕਚਰ ਯਾਨੀ ਕਿ 3rd ਪਜ਼ਲ ਜੋ ਆਪਾਂ ਡਿਸਕਸ ਕਰਾਂਗੇ ਉਹ ਅੱਛੇ ਤਰੀਕੇ ਦੇ ਨਾਲ ਸਮਝ ਆਵੇ। ਠੀਕ ਹੈ ਜੀ, ਕਰੀਏ ਸਟਾਰਟ। ਜ਼ਿਆਦਾ ਟਾਈਮ ਵੇਸਟ ਆਪਾਂ ਨਹੀਂ ਕਰਦੇ, ਚਲੋ। ਸੋ ਹੁਣ ਤੁਸੀਂ ਸਿੱਖਣਾ ਹੈ ਕਿ ਆਪਾਂ ਪੜ੍ਹਨਾ ਕਿਵੇਂ ਹੈ ਪਜ਼ਲ ਅਗਰ ਆ ਜਾਂਦੀ ਹੈ। ਠੀਕ ਹੈ, ਸੋ ਕਿਵੇਂ ਪੜਾਂਗੇ ਦੇਖੋ, PQRSTUV ਐਂਡ W ਐਂਡ Z। ਸੋ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਹੈ, ਕੋਈ ਵੀ ਤਰੀਕੇ ਦੀ ਪਜ਼ਲ ਹੈ ਟੋਟਲ ਪਰਸਨ ਗਿਣ ਲੈਣੇ ਹੈ ਕਿੰਨੇ ਹੈ। ਸੋ ਹੁਣ ਇੱਥੇ ਕਿੰਨੇ ਹੈ, 1 2 3 4 5 6 7 8। ਕਿੰਨੇ ਪਰਸਨ ਨੇ ਟੋਟਲ, 8 ਪਰਸਨਸ ਆਰ ਸਿਟਿੰਗ ਅਰਾਊਂਡ ਅ ਸਰਕਲ। एक सर्कुलर टेबल है। ठीक है, सर्कुलर टेबल यानी कि कुछ इस तरीके ਦੇ ਨਾਲ ਹੋਏਗਾ। ठीक है, ਉਸ ਦੇ ਆਲੇ ਦੁਆਲੇ ਬੈਠੇ हैं। ਅੱਗੇ ਵੀ ਮੈਨੂੰ ਕੀ ਦਿੱਤਾ ਹੈ, ਫੇਸਿੰਗ ਦ ਸੈਂਟਰ, ਸੈਂਟਰ ਵੱਲ ਫੇਸ ਕਰਕੇ ਬੈਠੇ हैं, यानी कि सर्कल ਦਾ ਸੈਂਟਰ ਕਿਤੇ ਇੱਥੇ ਹੋਏਗਾ। 8 ਦੇ 8 ਜਾਣੇ सर्कल ਵੱਲ फेस करके बैठे हैं। ठीक है, हो गए 8 जाने अपने, 1 2 3 4 5 6 7 8। ठीक है, R is second to the left of Z। ਅੱਗੇ ਆਪਾਂ ਪਜ਼ਲ ਨੂੰ ਡੀਕੋਡ ਕਰਨਾ ਸ਼ੁਰੂ ਕਰ ਦਾਂਗੇ। ਸੋ ਹੁਣ ਤੁਸੀਂ ਧਿਆਨ ਨਾਲ ਦੇਖੋ ਆਪਾਂ ਪੜ੍ਹਨੀ ਕਿਵੇਂ ਹੈ, ਸੋਲਵ ਕਰਨਾ ਕਿਵੇਂ ਹੈ, ਜਾਂ ਪਜ਼ਲ ਨੂੰ ਆਪਣੀ ਲੈਂਗੁਏਜ ਦੇ ਵਿੱਚ ਨੋਟ ਕਰਨਾ ਕਿਵੇਂ ਹੈ। ਠੀਕ ਹੈ, ਉਸ ਤੋਂ ਪਹਿਲਾਂ ਇੱਕ ਗੱਲ ਹੋਰ ਇੰਪੋਰਟੈਂਟ ਹੈ, ਪਜ਼ਲ ਐਵੇਂ ਨਹੀਂ ਹੈ ਕਿ ਇੱਕ ਡਾਇਗਰਾਮ ਬਣਾਈ ਤੇ ਉਸ ਦੇ ਵਿੱਚ ਹੀ ਤੁਹਾਡਾ ਕੰਮ ਹੋ ਗਿਆ। ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ
काफ़ी डायग्राम्स बनानी पैंदी, बट अगर मैं घट तो घट गल करा, ਤੁਹਾਨੂੰ 2 डायग्राम्स ਤਾਂ हर पजल ਦੇ ਵਿੱਚ बनानी ही है। ठीक है, इस दा रीजन मैं अगे जाके दसदा वीडियो ਦੇ ਵਿੱਚ कि 2 घट तो घट क्यों केस बना के चलने हैं। ठीक है, चलो हुण आपां पजल स्टार्ट करते हैं। R इज सेकंड टू द लेफ्ट ऑफ Z। R है जो Z दे सेकंड लेफ्ट ते है, यानी कि एक छड्ड के बैठा है। ठीक है, पता लग गया किवें लिखिया है आपां। ठीक है, हु इज द थर्ड टू द लेफ्ट ऑफ P। सो हुण तुहानूं ये चीज़ पता होनी चाहिए है, हु किस दे लई यूज होएगा इत्थे। हु बेसिकली यूज हुंदा जो उसदे नाल हुंदा है। ठीक है, तो हुण तुसीं इत्थे हु नूं कट के Z लिख सकते हो। Z इज थर्ड टू द लेफ्ट ऑफ P। ठीक है, बेसिकली मैनू की क्या है, Z इज थर्ड टू द लेफ्ट ऑफ P, यानी कि P दे लेफ्ट ते है भी किनवे नंबर ते, तीसरे नंबर ते। इन्नी चीज़ पता चल गई। ठीक है, सो हुण तुहानूं किन्नी स्पेसिस पता चल गई 8 दे विचों 1 2 3 4 5 6 प्लेसिस पता चल गया। सो हुण अगर तुसीं चाहो तो तुसीं इसनूं इत्थे कॉन्स्टीट्यूट भी कर सकते हो। ठीक है, बाकी अगर तुसीं चाहो सारी दी सारी पजल नूं इत्थे लिख लो, फिर आपां लिंक बना लांगे। ठीक है, बट मेरी मनोगे तो तुहानूं इत्थे 3 प्लेसिस 3 बंदियां दा पता चल गया, 6 प्लेसिस दा पता चल गया, तो तुसीं हुण डायरैक्टली इत्थे नोट करना शुरू कर दो। Z नूं फिक्स रख ले क्योंकि इत्थे विच है। Z दा लेफ्ट किधर वाली साइड होएगा, इस तरफ। एक छड्ड के इत्थे कौन बैठा है, R। आई होप सबनूं इन्नी गल समझ आ गई। ठीक है, सो हुण P दे थर्ड लेफ्ट ते कौन बैठा है, Z। सो P किते इत्थे बैठेगा, 1 2 छड्ड के Z बैठा है P दे लेफ्ट ते। ये चीज़ पता चल गई। सो हुण यही सेम चीज़ आपां इधर पुट कर देंगे क्योंकि हले इसका कोई भी केस नहीं बन रहा। ठीक है, सो इत्थे की आ जाएगा PZ R, एवें ही बनेगा। ठीक है, चलो हुण आपां नैक्सट लाइन पढ़ते हैं। नैक्सट लाइन दे विच की है, T इज थर्ड टू द लेफ्ट ऑफ Z। T है जो थर्ड टू द लेफ्ट ऑफ Z। सो हुण Z दा लेफ्ट किधर होएगा, इधर। ठीक है, थर्ड टू द लेफ्ट है, यानी कि 1 2 तीसरी जगह पे आ गया, इधर भी तीसरी जगह पे आ गया। क्लियर, लेफ्ट ऑफ Z हु इज थर्ड टू द लेफ्ट ऑफ P। सो ये आपां नूं ऑलरेडी उसने कहा ही होया। ठीक है, हु इज थर्ड टू द लेफ्ट ऑफ P, यानी कि यह वाली लाइन उसने रिपीट करती आपां नूं। ठीक है, ऊपर ना लो। T इज थर्ड टू द राइट ऑफ W। T इज थर्ड टू द राइट ऑफ W। T W दे राइट ते है थर्ड राइट ते, यानी कि W किते इत्थे बैठेगा। ठीक है, इत्थे ही क्यों बैठा, 1 2 3 है ना। W दे राइट किधर होएगा, इस तरफ होएगा ना राइट। W दे थर्ड राइट ते कौन है, T है। सो इत्थे भी थोड़ा की आ गया, W दे थर्ड राइट ते T आ गया। आई होप इत्थे तक सबनूं क्लीयर हो गया। हु इज नॉट एन इमीजिएट नेबर ऑफ ईदर R नॉर Z। सो W ना तो R दा नेबर है ना Z दा नेबर है। हाँ जी, वो तो अपन देख के पता ही चल रहा है, ना इत्थे R आएगा ना इत्थे Z। W ना उरे आ सकते ना उरे आ सकते, तो एक ही जगह बचती है सिर्फ। ठीक है, Q इज फोर्थ टू द राइट ऑफ T। Q की है फोर्थ टू द राइट ऑफ T। सो 1 2 3 Q कितने आ गया, इत्थे आ गया, फोर्थ टू द राइट ऑफ T, यही आना सी। ठीक है, फिर उस तो बाद 1 2 3 इत्थे की आ गया, Q आ गया। सबनों समझ आ गया इत्थे तक। ठीक है, सो हुण तुसी पजल अगर चेक करनी है तो तुसी चेक किवें करोगे, देखो P Q R S T U V W and Z are sitting in a circle facing the center. R is second to the left of Z. R is second to the left of Z, who is third to the left of P. T is third to the left of Z. T is third to the left of Z, who is third to the left of Z, who is third to the left of P. T is third to the right of W. ठीक है, who is not an immediate neighbor of either R nor Z. So W दे बिल्कुल भी नाल ना R है ना Z है, वो चीज भी ठीक है। S is fourth to the right of Z. So एक लाइन अपनी रहेगी सी, S is fourth to the right of Z. So Z दे right ते fourth कौन है, S है।
एस इत्थे आ जाएगा, इस केस दे विच भी एस इत्थे आ जाएगा। ठीक है, सो हुण तुसीं देख सकते हो इत्थे अपनी पॉसिबिलिटी बिल्कुल भी नहीं बनी। ठीक है, हो सकता है आने वाली अपनी कुछ पजल दे विच पॉसिबिलिटी बनन। इत्थे आपां क्यों दो केस बनाए हैं? ठीक है, कुछ भी एक लाइन का फर्क आ जाता। ठीक है, एक लाइन का फर्क आ जाता, आपां की करदे इस नूं किते होर बिठा देंदे, इधर किसी होर बैठ रहे हैं, तब केसिस बनते हैं। ठीक है, सो हुण केस क्यों बनाते हैं? हुण आपां फॉर एग्जाम्पल यह पजल बना रहे हैं। ठीक है, इत्थे आखिरी च आके अपने कोल की हो गया, गलती होगी। ठीक है, फिर जब दूसरी डायग्राम बनावांगे क्या आप स्टार्टिंग तो सारा सारा पढ़ांगे दोबारा? वो तो टोटली वेस्टेज ऑफ टाइम हो जाएगा ना। ताही आप स्टार्टिंग दे विच ही दो केस लेके चलते हैं। ठीक है, सो हुण इत्थे तुहाडा एक बंदा रह गया सिर्फ PQRST। ठीक है, फिर वी रह गया बस, तो इत्थे की आ गया वी। ठीक है, दोनों केसिस सेम ही है, जिस मर्जी ने तुसीं आंसर देख सकते हो। सो हुण अगर तुसीं एक रब भी करना है रब कर लो, नहीं करना रब नहीं करना ना करो। सो हुण अगे आपां इस दे क्वेश्चंस अटैम्प्ट करते हैं कि डायग्राम तो अपनी बन गई, पजल बन गई। सो हुण अगे क्वेश्चंस भी ध्यान नाल तुसीं अटैम्प्ट करने हैं। सो की है, इन विच ऑफ द फॉलोइंग पेयर्स इज द फर्स्ट पर्सन सिटिंग टू द इमीडिएट लेफ्ट ऑफ द सेकंड पर्सन? सो फॉर एग्जाम्पल पी चक्या, पी दे लैफ्ट वाल देखना है तो वह परसन थोड़ा केड़ा होएगा? देखो की सीगा, पेयर इज द फर्स्ट पर्सन सिटिंग टू द इमीडिएट लेफ्ट ऑफ द सेकंड पर्सन। यानी कि अगर मैं वी जेड वाला पेयर चक्का तो वी अगे होएगा, जेड बाचों होएगा। वी दे लैफ्ट ते आर है, वी दे लैफ्ट ते आर है, हाँ जी, तो यही आंसर हो सकता है। वी दे लैफ्ट ते जेड है नहीं, राइट ते जेड है, यही नहीं है। क्यू दे लैफ्ट ते डब्ल्यू है नहीं, राइट ते है, ये भी नहीं। पी दे लैफ्ट ते एस है नहीं, राइट ते है। सो इस क्वेश्चन का आंसर है जो थोड़ा केड़ा हो जाएगा, फर्स्ट ऑप्शन आर वी। ठीक है, समझ आ गया सबनों? चलो हुण अगला क्वेश्चन आप अटैम्प्ट करते हैं। चलो अगला क्वेश्चन आन लग गया हूँ थोड़ी स्क्रीन दे ऊपर। सो पजल अपनी नहीं रेज हुई। देखो, in which of the following combination is the first person sitting in between the second and third person? पहले वाला बंदा विच बैठा है सेकंड ते थर्ड दे विच, यानी कि आर ते वी दे विच टी है, आर ते वी दे विच टी नहीं है, साइड ते है। एस ते टी दे विच पी है नहीं, साइड ते है। पी ते क्यू दे विच डब्ल्यू है, हाँ जी आ सीगा। पी ते क्यू दे विच डब्ल्यू है, हाँ जी, तो यही अपना आंसर हो जाएगा। जेड ते वी दे विच क्यू है नहीं, साइड ते है, तो ये भी अपना आंसर नहीं होएगा। तो इस क्वेश्चन का आंसर अपना केड़ा ऑप्शन हो जाएगा? सी ऑप्शन हो जाएगा। ठीक है, तो एवें आप क्वेश्चन अटैम्प्ट करने हैं। क्वेश्चन अटैम्प्ट करने लगे बिल्कुल भी काली नहीं करनी, क्योंकि काफी बार यही अपना गलत करवा देती है काली। ठीक है, चलो अगला क्वेश्चन, हु इज सेकंड टू द राइट ऑफ एस? एस नीचे देख रहे हैं तो इसका राइट किधर है? इस तरफ। सेकंड टू द राइट यानी कि आर की गल कर रहे हैं। सो हुण इत्थे सेकंड टू द राइट ऑफ एस आर है, ना टी है, ना वी है, ना डब्ल्यू। डाटा इनएडिक्वेट भी नहीं है, तो फिर तुसीं केड़ा ऑप्शन टिक लगाओगे? ई ऑप्शन। ठीक है, केड़ा ऑप्शन टिक लगाओगे? ई ऑप्शन। आई होप सबनों क्लीयर हो गया। ठीक है, चलो हुण आपां इसी पजल का चौथा क्वेश्चन करते हैं। करो ट्राई। हु इज इमीडिएट लेफ्ट ऑफ टी? टी दे इमीडिएट लेफ्ट ते कौन है? टी दा लेफ्ट किधर होएगा? इस तरफ। ते नाल है बिल्कुल कौन है? एस। तो ऑप्शन नंबर ए थोड़ा इस क्वेश्चन का की है आंसर हो जाएगा। ठीक है, एस बैठा है नाल। चलो अगला क्वेश्चन करो ट्राई। हु इज इमीडिएट राइट ऑफ क्यू? क्यू दे राइट ते कौन है? डब्ल्यू। डब्ल्यू यानी कि बी ऑप्शन। सो इस क्वेश्चन का आंसर थोड़ा की हो जाएगा? डब्ल्यू हो जाएगा। क्लियर हो गया सबनों? सो हुण एक बार मैं दोबारा फिर पजल के उपर ही जा रहा। अगर किसी ने स्क्रीनशॉट खिंचना है विद सोल्यूशन तो वह खिंच सकता है। 10 सेकंड का टाइम है थोड़े लिए।
हाँ जी, हो गया। चलो ਹੁਣ ਆਪਾਂ ਸੈਕਿੰਡ ਪਜ਼ਲ ਡਿਸਕਸ ਕਰਨ ਲੱਗੇ ਹਾਂ। ਕਰੋ ਜੀ। A B C D E F G and H ਟੋਟਲ ਕਿੰਨੇ ਬੰਦੇ ਹੋ ਗਏ? 8 ਸਿਟਿੰਗ ਅਰਾਊਂਡ ਅ ਸਰਕਲ ਫੇਸਿੰਗ ਦ ਸੈਂਟਰ। ਸੋ ਹੁਣ ਇੱਥੇ ਆਪਣੇ ਕੋਲ ਕੀ ਕੇਸ ਹੈ? ਸੈਂਟਰ ਹੀ ਹੈ, ਬਟ ਕੋਈ ਜ਼ਰੂਰੀ ਨਹੀਂ ਹੈ ਕਿ ਉਹ ਸੈਂਟਰ ਵੱਲ ਹੀ ਫੇਸ ਕਰਦੇ ਹੋਣ। ਹੋ ਸਕਦਾ ਉਹ ਬਾਹਰ ਫੇਸ ਕਰਨ, ਹੋ ਸਕਦਾ ਇੱਕ ਬੰਦਾ ਅੰਦਰ ਫੇਸ करे, ਇੱਕ ਬਾਹਰ ਫੇਸ करे। ਸੋ ਐਵੇਂ ਵੀ ਆਪਣੇ ਕੋਲ ਕੇਸ ਆ ਸਕਦਾ ਹੈ। ਠੀਕ ਹੈ। ਸੋ ਟੋਟਲ ਕਿੰਨੇ ਬੰਦੇ ਹੈ? 8। ਸੋ ਹੁਣ ਅਗਰ ਸੈਂਟਰ ਦੇ ਵਿੱਚ ਫੇਸਿੰਗ ਆਪਾਂ ਨੂੰ ਐਰੋ ਲਗਾਉਣ ਦੀ ਜ਼ਰੂਰਤ ਨਹੀਂ ਹੈ, ਸਾਰੇ ਦੇ ਸਾਰੇ ਅੰਦਰ ਹੀ ਦੇਖ ਰਹੇ ਨੇ। ਠੀਕ ਹੈ। C is fourth to the left of the F. So ਕੀ क्या है? C is fourth to the left of F. ठीक है। 1 2 3 4 F ਦੇ ਲੈਫਟ ਤੇ ਕੌਣ ਹੈ? C. Who is fifth to the right of E? F ਕੀ ਹੈ? fifth to the right of E, यानी कि E कितने होएगा? बिल्कुल इत्थे होएगा, क्योंकि E का राइट किधर होएगा? इस तरफ। तो 1 2 3 4 5 एवं ही होएगा। E ते F की हो गए आपस दे विच नेबर्स हो गए। ठीक है। D is third to the right of A, who is not an immediate neighbor of E or F. तो हुन इत्थे आपां नूं फिक्स करना पएगा E C 1 2 3 छड्ड के 1 2 3 छड्ड के इत्थे की आ गया F। ठीक है। ਐਵੇਂ ਹੀ ਸੇਮ ਕੇਸ ਆਪਾਂ ਸੈਕਿੰਡ ਪੋਸੀਬਿਲਿਟੀ ਦੇ ਵਿੱਚ ਵੀ ਬਣਾਵਾਂਗੇ। ਆਈ ਹੋਪ ਸਭ ਨੂੰ ਇੱਥੇ ਤੱਕ ਹੋ ਗਿਆ, ਸਮਝ ਆ ਗਿਆ। ਸੋ ਹੁਣ ਆਪਾਂ ਕੀ ਕਰਾਂਗੇ? ਇਹ ਨਿਕ ਕੰਡੀਸ਼ਨ ਰੱਬ ਕਰ ਦਾਂਗੇ, ਕਿਉਂਕਿ ਆਲਰੇਡੀ ਹੋ ਗਿਆ। ਪੇਪਰ ਦੇ ਵਿੱਚ ਆਪਣੇ ਕੋਲ ਪੈਨ ਹੋਏਗਾ ਤਾਂ ਤੁਸੀਂ ਉਸ ਕੰਡੀਸ਼ਨ ਨੂੰ ਕ੍ਰਾਸ ਕਰ ਸਕਦੇ ਹੋ ਕਿ ਆਪਾਂ ਨੂੰ ਦੁਬਾਰਾ ਦੇਖਣ ਦੀ ਲੋੜ ਨਹੀਂ ਇਹ ਕੰਡੀਸ਼ਨ ਦੀ। ਠੀਕ ਹੈ। ਚਲੋ ਹੁਣ ਉਸ ਤੋਂ ਬਾਅਦ ਕੀ ਲਾਈਨ ਸੀਗਾ? D is third to the right of A. D ਹੈ ਜੋ थर्ड टू द राइट ऑफ ए दे राइट ते थर्ड नंबर ते बैठा है D. हु इज नॉट एन इमीडिएट नेबर ऑफ E और F, यानी कि D थोड़ा किथे किथे नहीं आ सकता, ना E दे नाल आएगा ना F दे नाल आएगा। ठीक है। यानी कि D इत्थे भी नहीं आ सकता, D इत्थे भी नहीं आ सकता, D इत्थे भी नहीं आ सकता। सो D वास्ते सिर्फ और सिर्फ अपने को 2 पोजीशंस बचियां। एक ये हो गया, एक केस ते आप इधर बिठाता D, दूसरे केस ते आप इधर बिठाता। ठीक है। तो हुण आपां ए नूं बिठाने की कोशिश करते हैं। ए है जो D दे लेफ्ट ते बैठा है 2 छड्ड के। तो हुण अगर मैं 1 2 छड्डदा, क्या ए इत्थे बैठ सकता है? नहीं बैठ सकता, क्योंकि इत्थे ऑलरेडी E बैठा है। तो यह वाला केस की हो गया अपना? कैंसल हो गया। ठीक है। तो हुण 2 छड्ड के ए कित्थे बैठेगा? इत्थे बैठेगा। ठीक है। आई होप D is third to the right of A, who is not immediate neighbor. So इत्थे I think अपन लाइन गलत पढ़ ली। D is third to the right of A, who is not an immediate neighbor of E और F. A neighbor नहीं है। ठीक है। तो एक बार ਆਪਾਂ ਹੁਣ A वाली कंडीशन दोबारा बनाने हैं। ठीक है। ए नेबर नहीं है E ते F दा, बट D तो हो सकता है ना। ठीक है। तो हम दोबारा देखो, D इज थर्ड टू द राइट ऑफ A, ए दी राइट ते कौन है? D, थर्ड टू द राइट। हु इज नॉट एन इमीडिएट नेबर ऑफ E और F, यानी कि इत्थे थोड़ा की है? वेट फॉर अ सेकंड। चलो सो हुन ए इत्थे नहीं आ सकता, इत्थे नहीं आ सकता, इत्थे नहीं आ सकता। सो ए वास्ते सिर्फ और सिर्फ 2 पोजीशंस बची हैं, एक ये और एक ये। ठीक है। E ते F दे नाल नहीं बैठ सकता A। ठीक है। आपां की करें? दूर बिठाता। तो हुण A दे 2 छड्ड के राइट ते सारे अंदर देख रहे, तो A दा राइट किस तरफ होएगा? इस तरफ। ठीक है। तो हुण कौन 2 छड्ड के कौन बैठेगा उरे? D। हुण अगर मैं A नूं इत्थे बिठादा राइट साइड ते, क्या D इत्थे बैठ सकदा? नहीं, क्योंकि इत्थे ऑलरेडी F बैठा है। तो ओह वाला केस अपने को है कैंसल हो जाएगा। ठीक है। फिर उस तो बाद लाइन की दी है B इज थर्ड टू द लेफ्ट ऑफ H, हु इज नॉट एन इमीडिएट नेबर ऑफ E। सो हुन H
ਕੀ ਹੈ एच बिल्कुल भी ई ਦੇ ਨਾਲ ਨਹੀਂ ਬੈਠੇਗਾ ਜਾਂ ਤਾਂ एच ਬੈਠੇਗਾ ਉਹ ਇੱਧਰ ਠੀਕ ਹੈ ਸੋ ਹੁਣ ਇਸ ਕੇਸ ਨੂੰ ਹੀ ਆਪਾਂ ਸਹੀ ਕਰ ਲੈਂਦੇ ਹਾਂ ਥੋੜਾ ਜਿਹਾ ਕਿਵੇਂ ਦੇਖੋ ਆਪਾਂ ਕੀ ਕਰਦੇ ਹਾਂ ਡੀ ਨੂੰ ਇੱਥੇ ਬਿਠਾ ਲਓ ਏ ਨੂੰ ਇਰੇਜ਼ ਕਰਕੇ ਐਚ ਤੇ ਆਨੇ ਆ ਠੀਕ ਹੈ ਸੋ ਹੁਣ ਐਚ ਤੁਹਾਡਾ ਈ ਦੇ ਨਾਲ ਨਹੀਂ ਬੈਠੇਗਾ ਤਾਂ ਹੋ ਸਕਦਾ ਐਚ ਪੂਰੇ ਬੈਠੇ ਤੇ ਦੂਸਰੇ ਕੇਸ ਦੇ ਵਿੱਚ ਐਚ ਪੂਰੇ ਵੀ ਬੈਠ ਸਕਦਾ ਠੀਕ ਹੈ ਸੋ ਹੁਣ ਉਸਨੇ ਕੀ ਕਿਹਾ ਬੀ ਇਜ਼ ਥਰਡ ਟੂ ਦ ਲੈਫਟ ਆਫ ਐਚ ਸੋ ਹੁਣ ਐਚ ਦੇ ਲੈਫਟ ਤੇ ਥਰਡ 1 2 क्या बी उरे आ जाएगा नहीं क्योंकि ऑलरेडी ਇੱਥੇ ਸੀ ਬੈਠਾ ਤਾਂ ਇਹ ਵਾਲਾ ਕੇਸ ਕੈਂਸਲ ਹੋ ਗਿਆ ਠੀਕ ਹੈ ਹੁਣ एच ਦੇ ਥਰਡ ਲੈਫਟ ਤੇ ਕੌਣ ਆ ਗਿਆ बी ਸੋ एच ਅੰਦਰ ਦੇਖ ਰਿਹਾ ਅਗਰ ਤਾਂ ਉਸਦਾ ਥਰਡ ਲੈਫਟ ਕਿਹੜਾ ਹੋਏਗਾ ਆਹੀ ਹੋਏਗਾ बी ਠੀਕ ਹੈ ਤਾਂ ਹੁਣ ਟੋਟਲ 8 ਬੰਦੇ ਸੀ 7 ਬੈਠ ਗਏ ਯਾਨੀ ਕਿ ਆਟੋਮੈਟਿਕਲੀ ਇੱਕ ਬੈਠੇਗਾ ਜਿਹੜਾ ਉਹ ਬਚ ਗਿਆ ਉਰੇ ਬੈਠ ਜਾਏਗਾ ਸੋ A ਆ ਗਿਆ B ਆ ਗਿਆ C D E F ਸੋ ਇੱਥੇ ਫਿਰ ਕੀ ਆ ਗਿਆ G ਆ ਗਿਆ ਠੀਕ ਹੈ ਸੋ ਐਵੇਂ ਕਰਨਾ ਸੀਗਾ ਆਪਾਂ ਇਸ ਨੂੰ ਉਹ ਵਾਲਾ ਕੇਸ ਹੈ ਜੋ ਆਪਣਾ ਸਹੀ ਹੋ ਗਿਆ ਹੁਣ ਉਸ ਤੋਂ ਬਾਅਦ ਆਪਾਂ ਕੁਐਸਚਨਸ ਅਟੈਂਪਟ ਕਰਦੇ ਹਾਂ ਕੁਐਸਚਨਸ ਵੀ ਤੁਹਾਨੂੰ ਪਤਾ ਹੈ ਕਿਵੇਂ ਅਟੈਂਪਟ ਕਰਨੇ ਆਲਰੇਡੀ ਤੁਸੀਂ ਦੇਖ ਚੁੱਕੇ ਠੀਕ ਹੈ ਚਲੋ ਸੋ ਹੁਣ ਕੁਐਸਚਨ ਕੀ ਹੈ ਪਹਿਲਾ ਹੂ ਇਜ਼ ਬਿਟਵੀਨ डी एंड ई कौन है बी ਨੂੰ ਟਿਕ ਲਗਾਓਗੇ ਅਗਲੇ ਕੁਐਸਚਨ ਤੇ ਚੱਲਦੇ ਹਾਂ ਆਪਾਂ ਚਲੋ ਸੋ ਹੁਣ ਅਗਲਾ ਕੁਐਸਚਨ ਕੀ ਹੈ which of the pair sitting between A and D A ਤੇ D ਦੇ ਵਿੱਚ ਕਿਹੜਾ ਕਿਹੜਾ ਪੇਅਰ ਬੈਠਾ ਹੈ G ਤੇ F ਬੈਠਾ ਹੈ ਠੀਕ ਹੈ ਸੋ F ਤੇ G ਤੇ F one in the same thing ਸੋ ਆਪਸ਼ਨ ਨੰਬਰ C ਤੁਹਾਡਾ ਇਸ ਕੁਐਸਚਨ ਦਾ ਕੀ ਹੈ ਆਨਸਰ ਹੋ ਜਾਏਗਾ ਠੀਕ ਹੈ ਚਲੋ ਅਗਲਾ ਕੁਐਸਚਨ who is the third to the right E E ਦੇ ਥਰਡ ਰਾਈਟ ਤੇ ਕੌਣ ਹੈ A ਸਾਰੇ ਅੰਦਰ ਦੇਖ ਰਹੇ ਹੈ ਤਾਂ 1 2 3 ਇਹ ਬੈਠਾ ਹੈ ਸੋ ਹੁਣ ਥਰਡ ਟੂ ਦਾ ਰਾਈਟ ਆਫ ਏ ਕੋਈ ਵੀ ਨਹੀਂ ਇੱਥੇ ਆਪਸ਼ਨ ਦੇ ਵਿੱਚ ਸੋ ਤੁਸੀਂ ਕੀ ਟਿਕ ਲਗਾਓਗੇ ਈ ਆਪਸ਼ਨ ਟਿਕ ਲਗਾਓਗੇ ਚਲੋ ਹੂ ਇਜ਼ ਇਮੀਡੀਏਟ ਰਾਈਟ ਆਫ ਏ ਦੇ ਇਮੀਡੀਏਟ ਰਾਈਟ ਤੇ ਕੌਣ ਹੈ ਜੀ ਤਾਂ ਤੁਸੀਂ ਫਿਰ ਕਿਹੜਾ ਆਪਸ਼ਨ ਟਿਕ ਲਗਾਓਗੇ ਆਪਸ਼ਨ ਨੰਬਰ ਡੀ ਠੀਕ ਹੈ ਚਲੋ ਅਗਲਾ ਕੀ ਹੈ ਇਨ ਵਿਚ ਆਫ ਦਾ ਫੋਲੋਇੰਗ ਪੇਅਰਸ is the first person sitting to the immediate left of the second person first person की है देखो दोबारा in which of the following pair is the first person sitting to the immediate left of the second person यानी कि H ਦੇ left ਤੇ C ਹੋਣਾ ਚਾਹੀਦਾ ਹੈ A ਦੇ left ਤੇ G ਹੋਣਾ ਚਾਹੀਦਾ ਹੈ D ਦੇ left ਤੇ B ਹੋਣਾ ਚਾਹੀਦਾ ਹੈ G ਦੇ left ਤੇ F ਹੋਣਾ ਚਾਹੀਦਾ ਹੈ ਹੁਣ ਦੱਸੋ एच ਦੇ ਲੈਫਟ ਤੇ C ਹੈ ਹਾਂਜੀ ਪਹਿਲਾ ਆਪਸ਼ਨ A ਦੇ ਲੈਫਟ ਤੇ G ਹੈ ਨਹੀਂ H ਹੈ ਗਲਤ ਹੋ ਗਿਆ B ਦੇ ਲੈਫਟ ਤੇ D ਹੈ ਹਾਂਜੀ G ਦੇ ਲੈਫਟ ਤੇ F ਹੈ ਸੋ ਇੱਥੇ ਤਾਂ ਦੋ ਕੇਸ ਆ ਗਏ ਆਪਣੇ ਕੋਲ H ਦੇ ਲੈਫਟ ਤੇ C ਹਾਂਜੀ so which of the following pair is the first person sitting to the immediate left of the second person ਠੀਕ ਹੈ ਸੋ ਹੁਣ ਡੀ ਦੇ ਲੈਫਟ ਤੇ ਨਹੀਂ ਡੀ ਦੇ ਲੈਫਟ ਤੇ ਤੁਹਾਡਾ ਕੀ ਹੈ ਐਫ ਹੈ ਤਾਂ ਇਹ ਵਾਲਾ ਕੈਂਸਲ ਹੋ ਗਿਆ ਠੀਕ ਹੈ ਜੀ ਦੇ ਲੈਫਟ ਤੇ ਐਫ ਇਹ ਵੀ ਕਿਆ ਹੈ ਰਾਈਟ ਤੇ ਇਹ ਵਾਲਾ ਵੀ ਕੈਂਸਲ ਹੋ ਗਿਆ ਸੋ ਆਪਸ਼ਨ ਨੰਬਰ ਏ ਯਾਨੀ ਕਿ ਸੀ ਐਚ ਤੁਹਾਡਾ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ ਠੀਕ ਹੈ ਸੋ ਹੁਣ ਅਗਰ ਕਿਸੇ ਨੇ ਸਕਰੀਨਸ਼ਾਟ ਖਿੱਚਣਾ ਹੈ ਤਾਂ ਤੁਸੀਂ ਪਜ਼ਲ ਦਾ ਖਿੱਚ ਸਕਦੇ ਹੋ ਠੀਕ ਹੈ ਪਜ਼ਲ ਦਾ ਹੁਣ ਮੈਂ ਨਾਲ ਕੀ ਕਰਦਾ ਨਾਲ ਸੋਲੂਸ਼ਨ ਵੀ ਲਗਾ ਦੇਣਾ ਹਾਂ ਤੇ ਨਾਲ ਹੀ ਕੁਐਸਚਨ ਵੀ ਅਗਰ ਕਿਸੇ ਨੇ ਬਾਅਦ ਦੇ ਵਿੱਚ ਪ੍ਰੈਕਟਿਸ ਕਰਨਾ ਹੋਇਆ ਚਲੋ ਖਿੱਚ ਲਓ ਜਲਦੀ ਸਕਰੀਨਸ਼ਾਟ ਹੋ ਗਿਆ ਚਲੋ ਸੋ ਹੁਣ ਆਪਾਂ ਜੋ ਕਰਾਂਗੇ ਲਾਸਟ ਪਜ਼ਲ ਕਰਾਂਗੇ ਇਹ ਥੋੜੀ ਅੱਛੇ ਲੈਵਲ ਦੀ ਪਜ਼ਲ ਹੈ ਠੀਕ ਹੈ ਚਲੋ ਸੋ ਹੁਣ ਕਿਵੇਂ ਕਰੋਗੇ ਅਗਰ ਰਿਕਮੈਂਡੇਸ਼ਨ ਮੰਨੋ ਮੇਰੀ ਤੁਸੀਂ ਕਰਨਾ ਕੀ ਹੈ ਵੀਡੀਓ ਨੂੰ ਪੌਜ਼ ਕਰਕੇ ਪਹਿਲਾਂ ਖੁਦ ਪਜ਼ਲ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ ਠੀਕ ਹੈ ਜਿਸ ਦੀ ਬਣ ਜਾਏਗੀ ਉਹ ਮੇਰੇ ਨਾਲ ਮੈਚ ਕਰ ਲੇਗਾ ਚਲੋ ਹੁਣ ਇੱਥੇ ਕੀ ਹੈ 8 ਪਰਸਨਸ A B C D E XYZ are sitting around a circular table facing outside from the center. So ਹੁਣ ਸਾਰੇ ਦੇ ਸਾਰੇ ਬਾਹਰ ਦੇਖ ਰਹੇ हैं
ठीक है, किन्ने बंदे ने? हाए 8 पर्सन है। ਤੇ ਤੁਹਾਨੂੰ ਮੈਂ ਕੀ ਕਿਹਾ ਹੈ, ਐਟਲੀਸਟ ਆਪਾਂ 2 ਕੇਸ ਸਟਾਰਟਿੰਗ ਦੇ ਵਿੱਚ ਬਣਾ ਕੇ ਚੱਲਨੇ ਹੈ ਹਮੇਸ਼ਾ। ਇਸ ਦੇ ਨਾਲ ਕੀ ਹੈ, ਥੋੜਾ ਟਾਈਮ ਖਰਾਬ ਪੇਪਰ ਦੇ ਵਿੱਚ ਨਹੀਂ ਹੋਏਗਾ। ਠੀਕ ਹੈ, ਹੁਣ ਉਸ ਤੋਂ ਬਾਅਦ ਕੀ ਕਿਹਾ, देयर आर 3 फीमेल्स, टोटल मेरे ਕੋਲ 3 फीमेल्स हैं। ठीक है, बाकी 5 फिर की हो गए, मेल्स हो गए। क्लियर? नो 2 फीमेल्स आर इमीजिएट नेबर्स ऑफ ईच अदर, कोई भी 2 फीमेल इकट्ठे नहीं बैठनगे। ठीक है, चलो सो हुण आपां स्टार्ट करते हैं। Z सिट्स थर्ड टू द राइट ऑफ B, हु इज सेकंड टू द राइट ऑफ हर हस्बैंड। सो हुण उसने की किया है, Z सिट्स थर्ड टू द राइट ऑफ B, B है जो। ठीक है, बी जेड बिल्कुल बी दे थर्ड टू द राइट उत्ते बैठा है, यानी कि 1 2 3। ठीक है, तो हुण बी है, हु की जगह मैं की लिखता, बी। बी इज सेकंड टू द राइट ऑफ हर हस्बैंड, यानी कि इत्थे की आएगा फिर बीज हस्बैंड। ठीक है, एवें ही आपां केसिस उरे बना देंगे, बी आ गया, जेड आ गया, फिर उरे की आएगा, बीज हस्बैंड। ठीक है, तो अगर आप बी दे हस्बैंड की गल कर रहे हैं तो दैट मीनस बी है जो उसका जेंडर की होएगा, फीमेल, है ना। तो ये नाल नाल आप लिखते रहना। इतने तक सबनों समझ आ गया। सी इज सेकंड टू द राइट ऑफ हिज वाइफ, सी यानी कि की हो गया, मेल हो गया। ठीक है, क्योंकि उसने की क्या, अपनी वाइफ को बैठा है, ई, तो हुण ई की हो गया, फीमेल हो गया, क्योंकि नाल इत्थे दिता होया कि सी दी वाइफ कौन है, ई। हु इज नॉट एन इमीजिएट नेबर ऑफ बीज हस्बैंड, बी दे हस्बैंड दे नजदीक नहीं बैठी है ई। ठीक है, यानी कि ई नहीं उरे होएगी, ना ही उरे होएगी। ठीक है, यानी कि ई है जो थोड़ी ना ही उरे होएगी, ना ही उरे होएगी। तो यही कंडीशन आप इत्थे भी लिख देने ताकि याद रहे आपां नूं। ठीक है, तो ई वास्ते हुण अपने कोल सिर्फ और सिर्फ 2 3 जगह ने। ठीक है, इत्थे ई आ सकदा है, इत्थे आ सकदा है, इत्थे आ सकदा है, वही सेम इधर इधर आ सकदा है। ठीक है, हुण उस तो बाद मैनू होर की गिवन है, ए इज अ फीमेल, ए इज फीमेल। ठीक है, ए इज सी इज सेकंड टू राइट ऑफ हिज वाइफ। सो हले अगर आप उसने मैंने एक लाइन होर कही सीगी, सी है जो सेकंड टू हिज राइट ऑफ, एवें ही कंडीशन बनेगी। ठीक है, ई की है, सी दी वाइफ है, ते सी अपनी वाइफ तो एक छड्ड के राइट साइड ते बैठा है। ठीक है, तो हुण अगर ई इत्थे बैठेगी तो सी फिर इत्थे बैठ सकता है ना, ए केस बन सकता है। ठीक है, अगर मैं सी इत्थे नहीं आ सकता तो फिर इत्थे कौन आ गया, ई राइट साइड ते है, सॉरी है ना, ये आउटवर्ड फेसिंग सीगा सारा। तो इत्थे अगर ई है तो हो सकता है इत्थे सी आवे, इत्थे ई है, इत्थे ई नहीं आ सकता। ठीक है, इत्थे ई नहीं आ सकता क्योंकि इत्थे बीज हस्बैंड बैठा है। ठीक है, तो बी दा हस्बैंड सी नहीं है, सी किस दा हस्बैंड है, ई दा। सो इत्थे है जो थोड़ा ई नहीं आएगा, ई इत्थे भी नहीं आ सकता, ई इत्थे भी नहीं आ सकता। ठीक है, सो ई इत्थे आ सकता है। ठीक है, फिर इत्थे की आएगा, सी आएगा। क्लियर हो गया। यही केस आपां इत्थे बनावांगे क्योंकि ई दे राइट ते कौन बैठा है, ई बैठा है। हुण उस तो बाद आपां नाल नाल फीमेल्स ते माइनस माइनस लगा दो ताकि कोई भी 2 फीमेल्स अपनियां इकट्ठियां ना बैठ सकन। ठीक है, सी पॉजिटिव, सो ए दा हले आपां नूं नहीं पता, सी पॉजिटिव, Z दा हले आपां नूं नहीं पता। Z वैसे मेल ही होएगा क्योंकि Z ते E की है इकट्ठे नहीं बैठ सकते क्योंकि दोनों दोनों फीमेल नहीं हो सकते। ठीक है, सो आई होप सबनों इत्थे तक समझ आ गया। हुण मैनू की दस्सिया है, ए इज अ फीमेल, तो फिर हुण इत्थे ए अगर फीमेल है तो माइनस आएगा ना, ए की है, फीमेल है,
तीनों ਦੇ तीनों फीमेल्स अपने को पता चल गया क्योंकि क्वेश्चन ਦੇ ਵਿੱਚ ਕੀ ਕਿਹਾ 3 फीमेल्स ਨੇ ਮੇਰੇ ਕੋਲ। ठीक है, ਹੁਣ ਆਪਾਂ ਦੁਬਾਰਾ क्वेश्चन ਤੇ ਆਨੇ ਆ। A is a female and D is not an immediate neighbor of B। D ਤੁਹਾਡਾ ਇੱਥੇ ਨਹੀਂ ਬੈਠ ਸਕਦਾ। ठीक है, ਹਲੇ ਤੱਕ ਦੋਨੋਂ ਕੇਸ ਕੀ ਹੈ ਬਿਲਕੁਲ ਸੇਮ ਚੱਲ ਰਹੇ ਨੇ। ठीक है, D ਤੁਹਾਡਾ B ਦੇ ਨਾਲ ਨਹੀਂ ਬੈਠ ਸਕਦਾ। ਸੋ D ਕਿੱਥੇ ਕਿੱਥੇ ਬੈਠੇਗਾ, ਜਾਂ ਤਾਂ ਇੱਥੇ ਬੈਠੇਗਾ। ठीक है, ਇੱਕ ਕੇਸ ਦੇ ਵਿੱਚ ਆਪਾਂ ਇੱਥੇ ਬਿਠਾਤਾ, ਦੂਸਰੇ ਕੇਸ ਦੇ ਵਿੱਚ ਆਪਾਂ ਇੱਥੇ ਬਿਠਾਤਾ, ਹੈ ਨਾ। ਇੱਥੇ ਤੱਕ ਸਭ ਨੂੰ ਸਮਝ ਆ ਗਿਆ। ਇੱਕ ਕੇਸ ਦੇ ਵਿੱਚ ਤੁਸੀਂ ਇੱਥੇ ਬਿਠਾਤਾ, ਦੂਸਰੇ ਕੇਸ ਦੇ ਵਿੱਚ ਤੁਸੀਂ ਉੱਥੇ ਬਿਠਾਤਾ। ਠੀਕ ਹੈ, ਫਿਰ ਉਸ ਤੋਂ ਬਾਅਦ ਕੀ ਕਿਹਾ ਹੈ, y sits second to the right of x। x ਦੇ ਰਾਈਟ ਤੇ ਕੌਣ ਬੈਠਾ ਹੈ, y ਬੈਠਾ ਹੈ। ठीक है, x ਦੇ ਰਾਈਟ ਤੇ ਕੌਣ ਬੈਠਾ ਹੈ, y ਬੈਠਾ ਹੈ। ਸੋ ਹੁਣ ਅਗਰ ਆਪਣੇ ਕੋਲ ਤਿੰਨੋਂ ਫੀਮੇਲਸ ਆ ਗਈਆਂ, ਸੋ x ਦੇ ਰਾਈਟ ਤੇ y, ਅਗਰ ਮੈਂ ਹੁਣ x ਨੂੰ ਇੱਥੇ ਬਿਠਾਵਾਂ, x ਦੇ ਰਾਈਟ ਤੇ y ਕੁਛ ਐਵੇਂ ਹੀ ਬੈਠੇਗਾ। ਠੀਕ ਹੈ, x ਨੂੰ ਇੱਥੇ ਕਿਉਂ ਨਹੀਂ ਬਿਠਾਇਆ, ਕਿਉਂਕਿ x ਦੇ ਇੱਕ ਛੱਡ ਕੇ y ਇੱਥੇ ਨਹੀਂ ਆ ਸਕਦਾ, ਤਾਂ ਇਹੀ ਪੋਸੀਬਿਲਿਟੀ ਬਣਨੀ ਸੀ। ਇਹੀ ਚੀਜ਼ ਆਪਾਂ ਹੁਣ ਇੱਧਰ ਟਰਾਈ ਕਰਕੇ ਦੇਖਾਂਗੇ। ਠੀਕ ਹੈ, ਹੁਣ ਇੱਥੇ ਆਪਣੇ ਕੋਲ ਦੋ ਕੇਸ ਬਣਦੇ ਹੈ। ਠੀਕ ਹੈ, x ਤੇ y। ਅਗਰ x ਇੱਥੇ ਬੈਠੇਗਾ ਤਾਂ y ਇੱਥੇ ਆ ਗਿਆ, x ਇੱਥੇ ਬੈਠੇਗਾ ਤਾਂ y ਇੱਥੇ ਆ ਗਿਆ। ठीक है, सो ਹੁਣ ਆਪਾਂ ਦੁਬਾਰਾ ਪੜ੍ਹ ਕੇ ਦੇਖਦੇ ਹਾਂ ਕਿ ਕੋਈ ਲਾਈਨ ਆਪਣੀ ਸਕਿਪ ਨਾ ਹੋਈ ਹੋਵੇ। ठीक है, चलो, no two females, ये हो गया अपना। Z sits third to the right of B, who is second to right of her husband। Z right ਤੇ ਹੈ B ਦੇ, ਤਾਂ B ਆਪਣੇ husband ਦੇ right ਤੇ ਹੈ। ठीक है, Z sits, ये वाली हो गई अपनी। फिर C is second to the right of his wife। C अपनी वाइफ ਦੇ second to the right ਤੇ ਹੈ। who is not an immediate neighbor of B's husband। E B ਦੇ husband ਦੇ ਨਾਲ ਨਹੀਂ ਬੈਠੀ, B ਦਾ husband ਕਿੱਥੇ ਬੈਠਾ ਹੈ, ਇੱਥੇ। ਦੋਨੋਂ ਕੇਸਿਸ ਦੇ ਵਿੱਚ ਸੇਮ ਆ ਗਿਆ। ਠੀਕ ਹੈ, A is female। ਠੀਕ ਹੈ, ਸੋ ਹੁਣ ਅਗਰ ਮੈंने X ਤੇ Y ਇੱਥੇ ਬਿਠਾਤਾ, A ਆਟੋਮੈਟਿਕਲੀ ਫਿਰ ਤੁਹਾਡਾ ਕਿੱਥੇ ਬੈਠੇਗਾ, ਇੱਥੇ। ਠੀਕ ਹੈ, ਸੋ ਹੁਣ ਅਗਰ x ਤੇ y ਆਪਾਂ ਇੱਥੇ ਬਿਠਾਏ, ਇੱਥੇ a ਨਹੀਂ ਆ ਸਕਦਾ। ਕਿਉਂ, ਕਿਉਂਕਿ ਦੋਨੋਂ ਫੀਮੇਲਸ ਇਕੱਠੀਆਂ ਨਹੀਂ ਹੋ ਸਕਦੀਆਂ। ਠੀਕ ਹੈ, ਤਾਂ ਫਿਰ ਆਟੋਮੈਟਿਕਲੀ x ਇੱਥੇ ਆਏਗਾ, y ਕਿੱਥੇ ਆਏਗਾ, ਇੱਥੇ ਆਏਗਾ। ਕਲੀਅਰ। ਫਿਰ एक्स वाई आ गया ਤੁਹਾਡਾ ਇੱਥੇ, ਫਿਰ ਤੁਹਾਡਾ ਕੀ ਬਚ ਗਿਆ, ਸਿਰਫ ਔਰ ਸਿਰਫ a। ਤਾਂ ਹੁਣ ਅੱਗੇ ਆਪਾਂ ਦੇਖਦੇ ਹਾਂ ਕਿ ਕੀ ਆਏਗਾ। ਠੀਕ ਹੈ, चलो, A is a female and D is not an immediate neighbor of B। D immediate neighbor नहीं है B दे। Y sits second to the right of X। second to the right of X। तो ਹੁਣ ਦੋ ਫੀਮੇਲਸ ਇਕੱਠੀਆਂ ਨਹੀਂ ਬੈਠਣੀਆਂ ਚਾਹੀਦੀਆਂ ਸੀਗੀਆਂ, ਬਟ ਆਈ ਥਿੰਕ ਦੋਨੋਂ ਹੀ ਕੇਸ ਆਪਣੇ ਸਹੀ ਹੋ ਰਹੇ हैं। D A A D। ठीक है, ਸੋ ਹੁਣ ਪਹਿਲਾਂ ਆਪਾਂ ਫੀਮੇਲ ਪਹਿਚਾਣਦੇ ਇੱਥੇ ਕਿਹੜੀ ਕਿਹੜੀ ਹੈ। B ਆ ਗਿਆ, E ਆ ਗਿਆ। ਠੀਕ ਹੈ, ਫਿਰ A ਆ ਗਿਆ। ਹੁਣ ਇੱਥੇ A ਕਿਉਂ ਨਹੀਂ ਆ ਸਕਦਾ, ਕਿਉਂਕਿ B ਦੇ ਹਸਬੈਂਡ ਦੀ ਗੱਲ ਕਰ ਰਹੇ ਹਾਂ, ਲੇਕਿਨ A ਕੀ ਹੈ, ਫੀਮੇਲ। ਤਾਂ ਇਹ ਵਾਲਾ ਕੇਸ ਆਪਣਾ ਕੀ ਹੋ ਗਿਆ, ਗਲਤ ਹੋ ਗਿਆ। ਤਾਂ ਹੁਣ B ਦਾ ਹਸਬੈਂਡ ਕੌਣ ਹੈ, D। A ਕੀ ਹੈ, ਫੀਮੇਲ। B ਕੀ ਹੈ, ਫੀਮੇਲ। E ਕੀ ਹੈ, ਫੀਮੇਲ। ਤਾਂ ਬਾਕੀ ਸਾਰੇ ਕਿਹੜੇ ਹੋ ਗਏ, ਪੋਜ਼ਿਟਿਵ, ਯਾਨੀ ਕਿ ਮੇਲ। ਤਾਂ ਇਹ ਥੋੜੀ ਜਿਹੀ ਮੈਂ ਕਹੂੰਗਾ ਟਫ ਸਾਈਡ ਤੇ ਸੀਗੀ ਇਹ ਵਾਲੀ ਪਜ਼ਲ, ਲੇਕਿਨ ਹੈ ਬਹੁਤ ਅੱਛੀ ਸੀ। ਤੁਹਾਨੂੰ ਜੋ ਪੀਓ ਦੇ ਪ੍ਰੀ ਦੇ ਵਿੱਚ, ਠੀਕ ਹੈ, ਐਸੀ ਪਜ਼ਲਸ ਦੇਖਣ ਨੂੰ ਮਿਲ ਸਕਦੀਆਂ ਨੇ, ਤਾਂ ਇਸ ਨੂੰ ਤੁਸੀਂ ਬਿਲਕੁਲ ਵੀ ਇਗਨੋਰ ਨਹੀਂ ਕਰਨਾ। ਠੀਕ ਹੈ, ਸੋ ਹੁਣ ਆਪਾਂ ਕੀ ਕਰਾਂਗੇ, ਇਸ ਦੇ ਕੁਐਸਚਨਸ ਸੋਲਵ ਕਰਾਂਗੇ। ਚਲੋ, ਸੋ ਹੁਣ ਆਪਾਂ ਸਿਰਫ ਉਹੀ ਚੀਜ਼ ਰੱਖੀ ਹੈ ਜੋ ਆਪਾਂ ਨੂੰ ਚਾਹੀਦੀ। ਠੀਕ ਹੈ, ਚਲੋ, ਸੋ ਹੁਣ ਕੁਐਸਚਨ ਕੀ ਹੈ, which among the following is B's husband। B ਦਾ husband ਕੌਣ ਹੈ, D। ਸੋ ਆਪਸ਼ਨ C ਤੁਹਾਡਾ ਕੀ ਹੈ ਇਸ ਕੁਐਸਚਨ ਦਾ ਆਨਸਰ ਹੋ ਜਾਏਗਾ। ਅਗਲਾ ਕੁਐਸਚਨ ਦੇਖੋ ਜੀ। ਸੋ ਹੁਣ ਅਗਲਾ ਕੁਐਸਚਨ ਕੀ ਹੈ, who among the following sits exactly between B and D। ਸੋ B ਤੇ D ਦੇ ਵਿੱਚ ਕੌਣ ਬੈਠਾ ਹੈ, X ਬੈਠਾ ਹੈ। तो ऑप्शन नंबर ए तुसी इस क्वेश्चन का आंसर लगा दोगे। ठीक है, फिर उस तो बाद
13th क्वेश्चन की है, विच ऑफ द फॉलोइंग पेयर्स रिप्रेजेंट द इमीडिएट नेबर्स ऑफ ए। ए दा इमीडिएट नेबर कौन है, सी ते डी, यानी कि सी ऑप्शन थोड़ा इस क्वेश्चन का आंसर हो जाएगा। 14th क्वेश्चन ट्राई करो जल्दी, विच ऑफ द फॉलोइंग इज नॉट ट्रू अबाउट ए। ए दे बारे केड़ी चीज सही नहीं है। ए इज नॉट एन इमीडिएट नेबर ऑफ बीज हस्बैंड, सो बी द हस्बैंड कौन है, डी, तो नेबर है, तो पहले वाला ऑप्शन अपना नहीं हो सकता आंसर। एक्स सिट्स सेकंड टू द राइट ऑफ ए, एक्स सिट्स सेकंड टू द राइट ऑफ ए, हाँ जी ए दे सेकंड राइट ते कौन है, एक्स, तो ये चीज भी सही, आप गलत वाली लभनी है। नो फीमेल इज एन इमीडिएट नेबर ऑफ ए, कोई भी फीमेल ए दे नेबर नहीं है, हाँ जी सी भी मेल है तो डी भी मेल है, तो यही ऑप्शन अपना की है आंसर हो जाएगा, यानी कि इस क्वेश्चन का थोड़ा कितना आंसर आ जाएगा, सी ऑप्शन। ठीक है, चलो अगला क्वेश्चन करो। व्हाट इज द पोजीशन ऑफ एक्स विद रिस्पेक्ट टू ई। एक्स दी पोजीशन विद रिस्पेक्ट टू ई, सो ई कितने बैठा है, आ सी, 1 2 3, या तो थर्ड टू द लेफ्ट हो जाएगी, या फिर 1 2 3 4 5, फिफ्थ टू द राइट, तो थर्ड टू द लेफ्ट, फिफ्थ टू द राइट, तो ई दी ਆਪਾਂ ਕਿਸ ਦੀ ਪੋਜੀਸ਼ਨ ਦੇਖਣੀ ਹੈ ਵਿਦ ਰਿਸਪੈਕਟ ਟੂ ਈ ਐਕਸ ਦੀ, 1 2 3। ਹੁਣ ਇੱਥੇ ਤੁਹਾਡਾ ਥਰਡ ਟੂ ਦਾ ਲੈਫਟ ਵੀ ਆ ਰਿਹਾ ਹੈ, ਠੀਕ ਹੈ, ਫਿਫਥ ਟੂ ਦਾ ਰਾਈਟ ਵੀ ਆ ਰਿਹਾ ਹੈ, ਵਿਦ ਰਿਸਪੈਕਟ ਟੂ ਐਕਸ ਦੇਖਣੀ ਹੈ, ਵਿਦ ਰਿਸਪੈਕਟ ਟੂ ਈ, 1 2 3 4 5। तो इस क्वेश्चन च कितना ऑप्शन ਦੇ ਵਿੱਚ ਕਿਤੇ ਨਾ ਕਿਤੇ ਗਲਤੀ ਹੈ, ਦੋਨੋਂ ਆਪਸ਼ਨਸ ਆਪਣੇ ਕੀ ਹੈ ਇਸ क्वेश्चन ਦੇ ਆਨਸਰ ਆ ਰਹੇ ਨੇ। ਠੀਕ ਹੈ, ਸੋ ਉਮੀਦ ਕਰ ਰਿਹਾ ਸਭ ਨੂੰ ਸਮਝ ਆਈ ਹੋਏਗੀ ਜੋ ਵੀ ਆਪਾਂ ਅੱਜ ਪਜ਼ਲ ਕੀਤੀ ਹੈ। ਠੀਕ ਹੈ, ਸੋ ਹੁਣ ਉਸ ਤੋਂ ਬਾਅਦ ਆਪਾਂ ਜੋ ਅਗਲੇ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਸਕੁਆਇਰ ਤੇ ਰੈਕਟੈਂਗਲ ਵਾਲੀ ਇੱਕੋ ਲੈਕਚਰ ਦੇ ਵਿੱਚ ਕਵਰ ਕਰਾਂਗੇ। ਠੀਕ ਹੈ, ਜਿਸ ਦੇ ਵਿੱਚ ਵੀ ਕੀ ਹੋਏਗਾ, ਕੁਝ ਅੰਦਰ ਬੈਠੇ ਹੋਣਗੇ, ਕੁਝ ਬਾਹਰ ਬੈਠੇ ਹੋਣਗੇ। ਠੀਕ ਹੈ, ਸੋ तीनों दी तीनों पजल्स बहुत अच्छे तरीके से प्रैक्टिस करनी है। बाकी अगर किसी ने होर क्वेश्चन चाहिए तो साडे ऑफलाइन बैचेस ਨੂੰ ज्वाइन करें, ਤੇ ਸਾਡਾ ਐਡਰੈਸ ਤੁਹਾਨੂੰ ਪਤਾ ਹੀ ਹੈ ਕਿੱਥੇ ਹੈ, ਛੋਟੀ ਬਾਰਾਦਰੀ ਪਟਿਆਲਾ ਦੇ ਵਿੱਚ ਸਾਡਾ ਇੰਸਟੀਚਿਊਟ ਹੈ, ਤਾਂ ਉੱਥੇ ਆ ਕੇ ਤੁਸੀਂ ਆਫਲਾਈਨ ਬੈਚ ਵੀ ਲਗਾ ਸਕਦੇ ਹੋ। ਸੋ ਉਮੀਦ ਕਰ ਰਿਹਾ ਸਭ ਨੂੰ ਅੱਜ ਦੀ ਕਲਾਸ ਬਹੁਤ ਇੰਟਰਸਟਿੰਗ ਲੱਗੀ ਹੋਊਗੀ। ਪਲੀਜ਼ ਵੀਡੀਓ ਨੂੰ ਲਾਈਕ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣਾ ਵੈਲਿਊਏਬਲ ਕਮੈਂਟ ਜ਼ਰੂਰ ਕਰਿਓ। ਥੈਂਕਸ ਫॉर ਵਾਚਿੰਗ।